morning to all of you. So we were doing surface chemistry and ਆਪਾਂ ਇਸ ਦੇ ਵਿੱਚ basic definitions like absorption, types of adsorption वो सब कुछ कर चुके हैं. In the last lecture we did about catalysts and enzymes. उसी टॉपिक ਨੂੰ ਅੱਜ ਆਪਾਂ ਕੰਪਲੀਟ ਕਰਕੇ ਫਿਰ applications of surface chemistry ਕਰਾਂਗੇ. And बच्चे with this our half of the chapter will be done. So it has taken just 4 lectures or maybe 3.5 or 4 lectures to complete half of the chapter. So it's a small chapter and an easier one. So इसको चंगी तरह कर लेना है and with an equal weightage. बाकी chapters दे बराबर weightage है. जितना कि ਆਪਾਂ last chapter ਕੀਤਾ ਸੀ solutions, we finished it in nearly 15-16 days. Examinations ਦੇ ਵਿੱਚ ਉਸਦੀ ਜਿੰਨੀ weightage ਹੈ ਇਸ chapter ਦੀ भी उन्नी ही weightage है बच्चे. So now continuing the topic catalysts and enzymes, ਅੱਜ मैं ਤੁਹਾਨੂੰ ਪਹਿਲਾਂ catalysts ਤੇ enzymes ਦੀਆਂ ਕੁਝ applications ਕਰਾਵਾਂਗਾ. बोर्ड ਦੇ ਉੱਪਰ कुछ important enzymes ਇਸ row ਦੇ ਵਿੱਚ ਬੱਚੇ enzymes ਹੈ. ਇਸ ਰੋ ਦੇ ਵਿੱਚ ਉਹਨਾਂ ਦੀ ਸੋਰਸ ਹੈ ਕਿ ਆਪਾਂ ਨੂੰ ਐਨਜ਼ਾਈਮਸ ਕਿੱਥੇ ਤੇ ਕਿਵੇਂ ਮਿਲਦੇ ਆ. ਇੱਥੇ ਜਿਹੜੀ ਉਹ ਰਿਐਕਸ਼ਨ ਕੈਟਾਲਾਈਜ਼ ਕਰਦੇ ਆ. ਸੋ ਦੇ ਨੋਟਸ ਦੇ ਵਿੱਚ ਹੋਰ ਵੀ ਜ਼ਿਆਦਾ ਰਿਐਕਸ਼ਨਸ ਦਿੱਤੀਆਂ ਹੋਈਆਂ. ਮੈਂ ਸਿਰਫ ਇੱਥੇ ਉਹ ਰਿਐਕਸ਼ਨਸ ਡਿਸਕਸ ਕਰ ਰਿਹਾ ਤੁਹਾਡੇ ਨਾਲ ਜਿਹੜੀਆਂ ਕਿ ਆਪਾਂ ਨੂੰ ਫਰਦਰ ਹੋਰ ਕਿਸੇ ਚੈਪਟਰ 'ਚ ਕਵਰ ਨਹੀਂ ਹੋਣੀਆਂ, ਕਿਉਂਕਿ ਜਿਹੜੀਆਂ ਬਾਕੀ ਦੀਆਂ ਤੁਸੀਂ ਅਗਰ ਚਾਰਟ ਦੇਖੋਗੇ ਗਿਵਨ ਔਨ ਯੋਰ ਨੋਟਸ ਔਨ ਪੇਜ ਨੰਬਰ 10 तो ऊपर वालियां 3-4 रिएक्शंस मैं स्किप करतीਆਂ. द रीजन बीइंग ਉਹ ਆਪਾਂ ਆਰਗੈਨਿਕ ਦੇ ਵਿੱਚ ਡਿਟੇਲ ਵਿੱਚ ਡਿਸਕਸ ਕਰਾਂਗੇ ਤਾਂ ਉਦੋਂ ਉਹ ਆਟੋਮੈਟਿਕਲੀ ਲਰਨ ਹੋ ਜਾਣਗੀਆਂ. ਜਦਕਿ ਹੁਣ ਅਗਰ ਆਪਾਂ ਸਾਰੀਆਂ ਰਿਐਕਸ਼ਨਸ ਲਰਨ ਕਰਦੇ ਆਂ ਤਾਂ ਆਪਾਂ ਕੁਝ ਨਾ ਕੁਝ देयर आर चांसेस कि we'll forget some. ਤਾਂ ਉਹ ਚੀਜ਼ ਨਹੀਂ ਆਪਾਂ ਕਰਨੀ. ਆਪਾਂ ਬਿਟਸ ਐਂਡ ਬਾਈਟਸ ਚ ਕਰਾਂਗੇ ਬਟ ਚੰਗੀ ਤਰ੍ਹਾਂ ਕਰਾਂਗੇ. ਸੋ ਇੱਥੇ ਮੈਂ ਤੁਹਾਨੂੰ ਰਿਐਕਸ਼ਨਸ ਕਰਵਾ ਰਿਹਾ ਜਿਹੜੇ ਕਿ ਆਪਾਂ ਨੂੰ ਬਾਕੀ ਚੈਪਟਰਸ ਦੇ ਵਿੱਚ ਕਿਤੇ ਵੀ ਨਹੀਂ ਆਣੀਆਂ, ਉਹ ਆਪਾਂ ਨੂੰ ਇੱਥੇ ਹੀ ਲਰਨ ਕਰਨੀਆਂ ਪੈਣੀਆਂ. ਸੋ ਜ਼ਰਾ देखो फर्स्ट रिएक्शन इज कि अपने को अगर यूरिया है, यूरिया का फॉर्मूला अपन को पता है NH2CO NH2, तो बच्चे अगर उसके ऊपर एंजाइम एक्ट करेगा यूरिएज जिसकी सोर्स होती है सोयाबीन, जो अपन को सोयाबीन तो मिल रहा है, तो एमोनिया विल ब्रेक डाउन टू गिव एमोनिया प्लस यूरिया विल ब्रेक डाउन टू गिव एमोनिया प्लस CO2. ठीक है. सेकेंड रिएक्शन प्रोटीन्स, ये अपन ने कल भी डिस्कस किया सी जो अपन ने किया सी इफेक्ट ऑफ पीएच ऑन एंजाइम्स कि प्रोटीन्स ਨੂੰ ब्रेक डाउन ਕਰਨ ਲਈ ਆਪਣੇ ਕੋਲ ਦੋ ਐਂਜ਼ਾਈਮਸ ਹੁੰਦੇ ਨੇ ਪੈਪਸਿਨ ਐਂਡ ਟ੍ਰਿਪਸਿਨ. ਪੈਪਸਿਨ ਆਪਾਂ ਨੂੰ ਮਿਲਦਾ ਹੈ ਸਟੋਮਕ ਦੇ ਵਿੱਚ ਔਰ ਟ੍ਰਿਪਸਿਨ ਮਿਲਦਾ ਹੈ ਇੰਟੈਸਟਾਈਨ ਦੇ ਵਿੱਚ. ਸਟੋਮਕ ਦੇ ਵਿੱਚ ਆਪਾਂ ਨੇ ਪੀਐਚ ਕੀਤਾ ਸੀ ਹਾਈਲੀ ਐਸਿਡਿਕ ਹੁੰਦਾ ਹੈ 2.4 ਐਂਡ ਟ੍ਰਿਪਸ ਇੰਟੈਸਟਾਈਨ ਦੇ ਵਿੱਚ ਬੱਚੇ ਇਟ ਇਜ਼ ਵੀਕਲੀ ਬੇਸਿਕ ਯਾਨੀ ਕਿ 7.2. नेक्स्ट इज लैक्टोज. लैक्टोज बच्चे एक शुगर है जिवें सुक्रोज हुंदी है विद द सेम फॉर्मूला, यानी कि सुक्रोज दा की है वो एक आइसोमर. अगर उसदे विच आपां एंजाइम पावांगे लैक्टेज जो कि आपां नूं कित्थे मिलदा है, देखो लैक्ट स्टैंड्स फॉर मिल्क प्रोडक्ट्स, जेड़ा कि आपां नूं मिल्क एंड इट्स प्रोडक्ट्स मिलदा है. ठीक है ना. दैट विल ब्रेक डाउन लैक्टोज इनटू ग्लूकोज प्लस गैलेक्टोज. जो लैक्टोज हुंदी है ना बच्चे वो बेसिकली उसनूं कहने आपां की है मिल्क शुगर. It is found in milk and its products. ਤੁਸੀਂ ਦੇਖਿਆ ਹੋਵੇਗਾ ਬੱਚਿਆਂ ਲਈ ਜੋ ਮਤਲਬ ਮਿਲਕ ਪਾਊਡਰਸ ਆਉਂਦੇ ਨੇ ਉਹਨਾਂ ਵਿੱਚ ਇੱਕ ਫੇਮਸ ਬ੍ਰਾਂਡ ਵੀ ਹੈ ਲੈਕਟੋਜਨ, ਹੈ ਨਾ. ਤਾਂ ਲੈਕਟ ਵਰਡ ਸਟੈਂਡਸ ਫॉर ਮਿਲਕ ਐਂਡ ਇਟਸ ਪ੍ਰੋਡਕਟਸ. ਹੁਣ ਦੇਖੋ ਸੋ ਲੈਕਟੋਜ਼ ਦੇ ਉੱਪਰ ਅਗਰ ਐਂਜ਼ਾਈਮ ਕਰੇਗਾ ਐਕਟ ਲੈਕਟੇਜ਼ that will break down lactose into glucose and galactose. Galactose भी glucose ਦਾ same formula है C6H12O6 C6H12O6. सो ये दोनों भी की ने आइसोमर्स. नेक्स्ट इज स्टार्च. स्टार्च ਨੂੰ ਅਗਰ ਤੁਸੀਂ ਸਟਾਰਚ ਕੀ ਹੁੰਦਾ ਬੱਚੇ ਇੱਕ ਪੋਲੀਮਰ ਆਫ ਗਲੂਕੋਜ਼ ਜਿਹੜਾ ਕਿ ਗਲੂਕੋਜ਼ ਨੂੰ ਜੁੜ ਕੇ ਬਣਿਆ ਹੋਇਆ ਹੈ. ਤਾਂ ਅਗਰ ਤੁਸੀਂ ਉਸ ਨੂੰ ਦੁਬਾਰਾ ਗਲੂਕੋਜ਼ ਦੇ ਵਿੱਚ ਤੋੜਨਾ ਹੈ ਤਾਂ ਆਪਣੇ ਦੇਖੋ ਰਜੀ ਆਪਾਂ ਸਿੰਪਲ ਐਂਜ਼ਾਈਮਸ ਹੀ ਪੜ ਰਹੇ ਹਾਂ. ਸਟਾਰਚ ਕਿਸ ਚ ਹੁੰਦਾ ਆਪਣੇ ਆਟੇ ਦੇ ਵਿੱਚ ਜੋ ਆਪਾਂ ਖਾਂਦੇ ਆ. ਆਪਾਂ ਜਦੋਂ ਉਸ ਨੂੰ ਖਾ ਲਿਆ ਤਾਂ ਸਲਾਈਵਾ ਦੇ ਵਿੱਚ ਐਂਜ਼ਾਈਮ ਹੋਏਗਾ ਅਮਾਈਲੇਜ਼ ਜੋ ਕਿ ਉਸ ਨੂੰ ਬ੍ਰੇਕ ਡਾਊਨ ਕਰਕੇ ਉਸ ਨੂੰ ਕਨਵਰਟ ਕਰੇਗਾ ਗਲੂਕੋਜ਼ ਦੇ ਵਿੱਚ. ਗਲੂਕੋਜ਼ ਫਰਦਰ ਬ੍ਰੇਕ ਡਾਊਨ ਹੋ ਕੇ ਆਪਣੀ ਬਾਡੀ ਦੇ ਵਿੱਚ ਆਪਾਂ ਨੂੰ ਦੇਗੀ એનર્ਜੀ
ਐਂਡ ਦੈਟ ਇਜ਼ ਵਾਈ ਆਪਾਂ ਨੂੰ ਖਾਣਾ ਖਾਣ ਦੇ ਨਾਲ એનર્ਜੀ ਮਿਲਦੀ ਹੈ। ਸੋ ਥੀਸ ਆਰ ਸਮ ਐਂਜ਼ਾਈਮਸ ਜਿਹੜੇ ਕਿ ਆਪਾਂ ਨੇ ਇੱਥੇ ਹੀ ਲਰਨ ਕਰਨੇ ਆ, ਆਪਾਂ ਨੂੰ ਇਹ ਅੱਗੇ ਹੋਰ ਕਿਸੇ ਚੈਪਟਰ ਦੇ ਵਿੱਚ ਨਹੀਂ ਆਣੇ। ਦ ਰੀਜ਼ਨ ਬੀਇੰਗ ਕਿ ਇਹਨਾਂ ਐਂਜ਼ਾਈਮਸ ਦਾ ਬੇਸਿਕਲੀ ਦੇ ਬਿਲੋਂਗ ਟੂ ਬਾਇਓਲੋਜੀ, ਤਾਂ ਆਪਾਂ ਐਂਜ਼ਾਈਮ ਦਾ ਟੌਪਿਕ ਇੱਥੇ ਪੜਨ ਕਰਕੇ ਇਹਨਾਂ ਨੂੰ ਪੜ ਰਹੇ ਹਾਂ। ਅਦਰਵਾਈਜ਼ ਐਂਜ਼ਾਈਮਸ ਬਿਲੋਂਗ ਟੂ ਬਾਇਓਲੋਜੀ। ਜਿਹੜੇ ਬਾਕੀ ਦੇ ਐਂਜ਼ਾਈਮਸ ਮੈਂ ਡਿਸਕਸ ਨਹੀਂ ਕੀਤੇ ਉਹਨਾਂ ਨੂੰ ਤੁਹਾਨੂੰ ਇੱਥੇ ਕਰ ਸਕਦੇ ਹੋ ਤਾਂ ਵੈਲ ਐਂਡ ਫਾਈਨ। ਬਾਇਓ ਸਟੂਡੈਂਟਸ ਨੂੰ ਤਾਂ ਆਉਂਦੇ ਹੀ ਹੋਣੇ ਆ। ਮੈਥਸ ਵਾਲੇ ਸਟੂਡੈਂਟਸ ਜੋ ਹੈ ਉਹ ਜਿੰਨੇ ਮੈਂ ਕਰਵਾਤੇ ਉਹਨਾਂ ਨੂੰ ਲਰਨ ਕਰ ਲਓ। ਬਾਕੀ ਆਪਣੇ ਸਿਲੇਬਸ ਚ ਫਰਦਰ ਆਣਗੇ ਜਦੋਂ ਆਪਾਂ ਐਲਕੋਹਲਸ ਦਾ ਚੈਪਟਰ ਕਰਾਂਗੇ ਇਨ ਆਰਗੈਨਿਕ ਕੈਮਿਸਟਰੀ, ਤਾਂ ਉਦੋਂ ਉਹ ਆਟੋਮੈਟਿਕਲੀ ਕਵਰ ਹੋ ਜਾਣਗੇ। ਸੋ ਆਪਾਂ ਨੂੰ ਇੱਥੇ ਕ੍ਰੈਮ ਕਰਨ ਦੀ ਉਹਨਾਂ ਨੂੰ ਜ਼ਰੂਰਤ ਨਹੀਂ ਹੈ। ਫਾਈਨ। ਐਂਡ ਨਾਓ ਦ ਨੈਕਸਟ ਟੌਪਿਕ ਇਜ਼ ਐਪਲੀਕੇਸ਼ਨਸ ਆਫ ਐਂਜ਼ਾਈਮਸ। ਸੋ ਬੱਚੇ ਆਪਾਂ ਨੇ ਕੁਝ ਇੰਪੋਰਟੈਂਟ ਐਂਜ਼ਾਈਮਸ ਤਾਂ ਕਰ ਹੀ ਲਏ, ਹੁਣ ਆਪਾਂ ਨੇ ਕਰਨਾ ਹੈ ਇੰਪੋਰਟੈਂਟ ਐਪਲੀਕੇਸ਼ਨਸ ਆਫ ਐਂਜ਼ਾਈਮਸ, ਕਿ ਐਂਜ਼ਾਈਮਸ ਆਪਾਂ ਨੂੰ ਮੇਨਲੀ ਕਿੱਥੇ ਕਿੱਥੇ ਕੰਮ ਆਉਂਦੇ ਆ। ਸੋ ਦੇਖੋ ਬੱਚੇ, ਫਰਸਟ ਐਪਲੀਕੇਸ਼ਨ ਜੋ ਡਿਸਕਸਡ ਹੈ ਦੈਟ ਇਜ਼ ਇੰਡਸਟਰੀਅਲ ਐਪਲੀਕੇਸ਼ਨ। ਮਤਲਬ ਇੰਡਸਟਰੀ ਦੇ ਵਿੱਚ ਆਪਾਂ ਐਂਜ਼ਾਈਮਸ ਨੂੰ ਕਿੱਥੇ ਯੂਜ਼ ਕਰਦੇ ਹਾਂ। ਸੋ ਤੁਹਾਨੂੰ ਸਭ ਨੂੰ ਹੀ ਪਤਾ ਹੋਏਗਾ। ਸੋ ਸਭ ਤੋਂ ਵੱਡੀ ਇੰਡਸਟਰੀ ਜਿੱਥੇ ਆਪਾਂ ਯੂਜ਼ ਕਰਦੇ ਹਾਂ ਦੈਟ ਇਜ਼ ਬੀਅਰ ਐਂਡ ਵਾਈਨ ਇੰਡਸਟਰੀ। ਜੋ ਆਪਣਾ ਐਂਜ਼ਾਈਮ ਹੁੰਦਾ ਜ਼ਾਈਮੇਜ਼, ਅਗੇਨ ਜੋ ਮੈਂ ਤੁਹਾਨੂੰ ਕਿਹਾ ਸੀ ਕਿ ਆਪਾਂ ਐਲਕੋਹਲਸ ਦੇ ਚੈਪਟਰ ਚ ਕਰਾਂਗੇ। ਸੋ ਐਲਕੋਹਲਸ ਚ ਆਪਾਂ ਕਰਾਂਗੇ ਕਿ ਜਦੋਂ ਆਪਾਂ ਸਟਾਰਚ, ਗਲੂਕੋਜ਼, ਇਹਨਾਂ ਸਭ ਤੋਂ ਐਲਕੋਹਲ ਮੈਨੂਫੈਕਚਰ ਕਰਦੇ ਆ, ਤਾਂ ਇੱਕ ਐਂਜ਼ਾਈਮ ਹੁੰਦਾ ਜ਼ਾਈਮੇਜ਼ ਵਿਚ ਐਕਟਸ ਔਨ ਗਲੂਕੋਜ਼ ਟੂ ਕਨਵਰਟ ਇਟ ਇਨਟੂ ਐਲਕੋਹਲ ਐਂਡ CO2, ਜਿਸ ਪ੍ਰੋਸੈਸ ਨੂੰ ਆਪਾਂ ਕਹਿੰਦੇ ਆ ਫਰਮੈਂਟੇਸ਼ਨ। ਠੀਕ ਹੈ ਨਾ। ਸੋ that is ਉਸਦੀ ਇੰਡਸਟਰੀਅਲ ਐਪਲੀਕੇਸ਼ਨ। ਦੂਸਰਾ, ਇਹ ਮਿਲਕ ਦੀ ਕੋਐਗੂਲੇਸ਼ਨ ਕਰਕੇ ਆਪਾਂ ਨੂੰ ਚੀਜ਼ ਦੀ ਮੈਨੂਫੈਕਚਰਿੰਗ ਚ ਵੀ ਹੈਲਪ ਕਰਦਾ ਹੈ। ਸੋ that is another industry ਜਿੱਥੇ ਐਂਜ਼ਾਈਮਸ ਆਰ ਯੂਜ਼ਡ। ਮੈਡੀਸਨ ਬੱਚੇ, a very important enzyme streptokinase ਜੋ ਕਿ ਬਲੱਡ ਕਲੌਟਸ ਨੂੰ ਡਿਸੋਲਵ ਕਰਦਾ ਹੈ। ਤੁਸੀਂ ਫ੍ਰੀਕੁਐਂਟਲੀ ਆਬਜ਼ਰਵ ਕੀਤਾ ਹੋਊਗਾ ਕਿ ਜਦੋਂ ਆਪਾਂ ਕੋਈ ਇੰਜੈਕਸ਼ਨ ਵਗੈਰਾ ਲਗਵਾਉਂਦੇ ਆ, ਉਹ ਇੰਜੈਕਸ਼ਨ ਅਗਰ ਥੋੜਾ ਜਿਹਾ ਵੀ ਨੀਡਲ ਕਿਤੇ ਗਲਤ ਜਗ੍ਹਾ ਤੇ ਪ੍ਰਿਕ ਹੋ ਜਾਏ ਤਾਂ ਕਈ ਵਾਰੀ ਇੰਜੈਕਸ਼ਨ 'ਚ ਸੋਜਿਸ਼ ਆ ਜਾਂਦੀ ਹੈ। ਜਿਹੜੀ ਜਗ੍ਹਾ ਤੇ ਆਪਾਂ ਨੇ ਇੰਜੈਕਸ਼ਨ ਲਗਵਾਇਆ ਉਸ ਤੇ ਇਨਫਲੇਮੇਸ਼ਨ ਹੋ ਜਾਂਦੀ ਹੈ। ਤਾਂ ਅਗਰ ਤੁਸੀਂ ਡਾਕਟਰ ਨੂੰ ਇਹ ਕਹੋ ਕਿ ਮੈਨੂੰ ਉੱਥੇ ਇਨਫਲੇਮੇਸ਼ਨ ਹੋ ਗਈ ਹੈ, ਤਾਂ ਇੱਕ ਜੋ ਕਰੀਮ ਰეკਮੈਂਡ ਕਰਦੇ ਨੇ ਉੱਪਰ ਲਗਾਉਣ ਲਈ, ਤੁਸੀਂ ਅਗਰ ਉਸਦੇ ਕਨਸਟੀਟੂਐਂਟਸ ਪੜੋਗੇ ਤਾਂ ਕਨਸਟੀਟੂਐਂਟ ਕਿਹੜਾ ਹੁੰਦਾ? ਸਟ੍ਰੈਪਟੋਕਾਈਨੇਜ਼, ਆਵਲਾ ਐਂਜ਼ਾਈਮ ਸਟ੍ਰੈਪਟੋਕਾਈਨੇਜ਼, ਜੋ ਕਿ ਜੋ ਅੰਦਰ ਗਲਤ ਜਗ੍ਹਾ ਤੇ ਨੀਡਲ ਪ੍ਰਿਕ ਹੋਣ ਕਰਕੇ ਜੋ ਬਲੱਡ ਕਲੌਟ ਬਣ ਗਿਆ, ਖਰੀਂਡ ਬਣ ਗਿਆ, ਉਸ ਨੂੰ ਡਿਸੋਲਵ ਕਰ ਦਿੰਦਾ। ਜਦੋਂ ਡਿਸੋਲਵ ਹੋ ਜਾਂਦਾ ਤਾਂ ਜਿਹੜੀ ਉਹ ਸੋਜਿਸ਼ ਹੁੰਦੀ ਹੈ ਉਹ ਵੀ ਖਤਮ ਹੋ ਜਾਂਦੀ ਹੈ। ਐਂਡ ਇਸੇ ਕਾਰਨ ਆਪਾਂ ਸਟ੍ਰੈਪਟੋਕਾਈਨੇਜ਼ ਯੂਜ਼ ਕਰਦੇ ਹਾਂ ਇਨ ਹਸਪੀਟਲ ਇੰਡਸਟਰੀ। ਅੱਛਾ, ਜਿਹੜੇ ਐਂਜ਼ਾਈਮਸ ਹੁੰਦੇ ਨੇ ਦੇ ਆਰ ਆਲਸੋ ਯੂਜ਼ਡ ਟੂ ਪ੍ਰੀਵੈਂਟ ਮੈਨੀ ਹਾਰਟ ਡਿਜ਼ੀਜ਼ਸ। ਠੀਕ ਹੈ ਨਾ। ਸੇਮ ਲੌਜਿਕ ਹੈ ਬੱਚੇ ਜੋ ਆਪਾਂ ਐਂਜ਼ਾਈਮਸ ਪਿੱਛੇ ਟੇਬਲ 'ਚ ਕੀਤੇ ਨੇ। ਹਾਰਟ ਡਿਜ਼ੀਜ਼ ਕਿਵੇਂ ਹੁੰਦੇ ਨੇ? ਦੇਖੋ, ਜਿਵੇਂ ਆਪਣੀ ਬਾਡੀ ਦੇ ਵਿੱਚ ਕੋਲੇਸਟ੍ਰੋਲ, ਫੈਟ ਲੈਵਲ ਵੱਧ ਗਏ ਤਾਂ ਉਹਨਾਂ ਫੈਟ ਤੇ ਐਕਸਟਰਾ ਕੋਲੇਸਟ੍ਰੋਲ, ਬੈਡ ਫੈਟ ਨੂੰ ਡਿਸੋਲਵ ਕਰਨ ਦੇ ਕੰਮ ਆਉਂਦੇ ਨੇ ਐਂਜ਼ਾਈਮਸ। ਤਾਂ ਆਪਣੀਆਂ ਜਿਹੜੀਆਂ ਬਲੱਡ ਵੈਸਲਸ ਹੈ ਉਹ ਕਲੀਅਰ ਹੋ ਜਾਂਦੀਆਂ। ਉਹਨਾਂ ਦੇ ਕਲੀਅਰ ਹੋਣ ਤੋਂ ਬਾਅਦ ਆਪਣੀ ਜੋ ਬਲੱਡ ਫਲੋ ਹੈ ਉਹ ਨਾਰਮਲ ਹੋ ਜਾਂਦੀ ਹੈ ਤੇ ਬੀਪੀ ਲੈਵਲ ਨਾਰਮਲ ਹੋ ਜਾਂਦਾ ਹੈ। ਕੁਝ ਡਿਜ਼ੀਜ਼ਸ ਨੂੰ ਪ੍ਰੀਵੈਂਟ ਕਰਨ ਲਈ ਵੀ ਐਂਜ਼ਾਈਮਸ ਕੰਮ ਆਉਂਦੇ ਨੇ ਜੋ ਆਪਣੀ ਬਾਡੀ 'ਚ ਨੈਚੁਰਲੀ ਹੈ। ਪਹਿਲਾਂ ਆਪਾਂ ਸੈਕੰਡ ਵਾਲੀ ਬਿਮਾਰੀ ਡਿਸਕਸ ਕਰਦੇ ਹਾਂ, ਐਲਬਿਨਿਜ਼ਮ। ਤੁਸੀਂ ਪੰਜਾਬੀ 'ਚ ਸੁਣਿਆ ਹੋਣਾ, ਜਿਸ ਨੂੰ ਆਪਾਂ ਕਹਿੰਦੇ ਨੇ ਫਲੈਰੀ ਹੋਈ ਵੀ ਹੈ। ਜਿਹੜੀ ਸਕਿਨ ਹੁੰਦੀ ਹੈ ਉਹ ਬਹੁਤ ਜ਼ਿਆਦਾ ਅਲਟਰਾ ਪਿੰਕ ਜਾਂ ਅਲਟਰਾ ਵਾਈਟ ਜਿਹੇ ਕਲਰ ਦੀ ਹੁੰਦੀ ਹੈ, ਕਈ ਬੱਚਿਆਂ ਦੀ ਜਾਂ ਕਈ ਵੱਡਿਆਂ ਦੀ ਵੀ। ਉਹ ਐਦਾਂ ਲੱਗ ਰਿਹਾ ਹੁੰਦਾ ਕਿ ਜਿਵੇਂ ਸਕਿਨ ਦਾ ਉੱਪਰ ਵਾਲਾ ਲੇਅਰ ਹੈ ਹੀ ਨਹੀਂ। ਤੁਸੀਂ ਦੇਖੇ ਹੋਣੇ ਨਾ ਲੋਕ ਐਦਾਂ ਦੇ, ਜਾਂ ਜਿਨ੍ਹਾਂ ਦੇ ਉੱਪਰ ਬ੍ਰਾਊਨ ਸਪੌਟਸ ਜੇ ਬਣੇ ਹੁੰਦੇ ਨੇ ਪਿੰਕ ਦੇ ਉੱਪਰ। ਤਾਂ ਉਹ ਬੇਸਿਕਲੀ ਕੀ ਹੁੰਦਾ ਹੈ ਕਿ ਜੋ ਆਪਣੀ ਬਾਡੀ 'ਚ ਇੱਕ ਟੈਨਿੰਗ ਹੈ ਉਹ ਕਿੱਥੋਂ ਆਉਂਦੀ ਹੈ ਬੱਚੇ? ਆਪਣੀ ਬਾਡੀ 'ਚ ਇੱਕ ਅਮੀਨੋ ਐਸਿਡ ਹੁੰਦਾ ਟਾਇਰੋਸਿਨ। ਉਸ ਟਾਇਰੋਸਿਨ ਦੇ ਉੱਪਰ ਜਦੋਂ ਐਂਜ਼ਾਈਮ ਐਕਟ ਕਰਦਾ ਟਾਇਰੋਸਿਨੇਜ਼, ਉਹ ਟਾਇਰੋਸਿਨ ਨੂੰ ਕਨਵਰਟ ਕਰ ਦਿੰਦਾ ਇਨਟੂ ਆਪਣਾ ਜੋ ਸਕਿਨ ਪਿਗਮੈਂਟ ਹੈ ਮੈਲਾਨਿਨ। ਤਾਂ ਇਹ ਇੱਕ ਪ੍ਰੋਟੈਕਟਿਵ ਮੈਕੈਨਿਜ਼ਮ ਹੈ ਬੱਚੇ। ਜਿਵੇਂ ਦੇਖੋ ਆਪਾਂ ਧੁੱਪੇ ਜਾਂਦੇ ਆ, ਜੇ ਤੁਸੀਂ 2-3 ਗੇਮਸ ਕੋਈ ਧੁੱਪੇ ਖੇਲ ਲਓ, 2-3 ਘੰਟੇ ਧੁੱਪੇ ਬੈਠੇ ਰਹੋ, ਜਿਵੇਂ ਆਪਾਂ ਸਰਦੀਆਂ 'ਚ ਨਾਰਮਲੀ ਬੈਠਦੇ ਆ, ਤਾਂ ਆਪਣਾ ਰੰਗ ਕਾਲਾ ਹੋ ਜਾਂਦਾ ਹੈ, ਸਕਿਨ ਦੀ ਟੈਨਿੰਗ ਹੋ ਜਾਂਦੀ ਹੈ। ਉਹ ਇੱਕ ਪ੍ਰੋਟੈਕਟਿਵ ਮੈਕੈਨਿਜ਼ਮ ਹੈ ਅਗੇਂਸਟ ਸਨ ਰੇਜ਼। ਆਪਣੀ ਬਾਡੀ 'ਚ ਜੋ ਟਾਇਰੋਸਿਨ ਹੈ, ਅੰਡਰ ਦ ਐਕਸ਼ਨ ਆਫ ਟਾਇਰੋਸਿਨੇਜ਼, ਉਹ ਮੈਲਾਨਿਨ 'ਚ ਕਨਵਰਟ ਹੋ ਜਾਂਦਾ ਹੈ। ਤੇ ਜਿਹੜਾ ਮੈਲਾਨਿਨ ਹੈ ਉਹ ਇੱਕ ਡਾਰਕ ਪਿਗਮੈਂਟ ਹੈ ਜੋ ਕਿ ਆਪਾਂ ਨੂੰ ਸਨ ਰੇਜ਼ ਤੋਂ ਬਚਾਉਂਦਾ ਹੈ, ਹਾਰਮਫੁਲ ਰੇਡੀਏਸ਼ਨਸ ਤੋਂ। ਦੇਖੋ, ਆਪਣਾ ਮੋਟਿਵ ਧੁੱਪੇ ਬੈਠਣ ਦਾ ਹੁੰਦਾ, ਧੁੱਪ ਸੇਕਣ ਤੋਂ, ਹਨਾ। ਬਟ ਉਸਦੇ ਵਿੱਚ
अगर यूजफुल रेडिएशंस है तो कुछ हार्मफुल रेडिएशंस भी है। उन्होंने हार्मफुल रेडिएशंस तो अपन मेलानिन बचा के रखता है। सो इट इज अ प्रोटेक्टिव मैकेनिज्म। तो जिवें ही आप छावे आ जाते हैं उस तो बाद तुसी हफ्ता 10 दिन छावे रह पो, घर के अंदर रह पो, ज्यादा धुप्पे ना जाओ या फेस ਨੂੰ कवर ਕਰਨ ਲੱਗ ਜਾਓ तो दोबारा कलर रीस्टोर हो जाता है, क्योंकि ਜਿਹੜਾ ਮੈਲਾਨਿਨ ਹੈ ਉਹ ਖਤਮ ਹੋ ਜਾਂਦਾ ਹੈ। ਨਾਓ ਹੁਣ ਕਈ ਲੋਕਾਂ ਦੇ ਵਿੱਚ ਇਹ ਟਾਇਰੋਸਿਨ ਜਿਹੜਾ ਐਂਜ਼ਾਈਮ ਹੈ ਉਹ ਹੁੰਦਾ ਹੀ ਨਹੀਂਗਾ। ਸੋ ਉਹਨਾਂ ਦੀ ਜਿਹੜੀ ਸਕਿਨ ਹੈ ਉਹ ਅਲਟਰਾ ਫੇਅਰ ਜਾਂ ਇੱਕ ਅਜੀਬ ਜਿਹੇ ਤਰੀਕੇ ਨਾਲ ਫੇਅਰ ਹੁੰਦੀ ਹੈ, ਜਿਹੜੀ ਦੇਖ ਕੇ ਆਪਾਂ ਨੂੰ ਗੋਰੀ ਸਕਿਨ ਨਹੀਂ ਕਹਿੰਦੇ, ਆਪਾਂ ਉਸ ਨੂੰ ਆਪਾਂ ਨੂੰ ਅਜੀਬ ਜੀ ਸਕਿਨ ਹੀ ਕਹਿੰਦੇ ਆ, ਜਿਹਨੂੰ ਆਪਾਂ ਫਲੈਰੀ ਕਹਿ ਦਿੰਦੇ ਆ। ਤਾਂ ਉਹਨਾਂ ਚੋਂ ਪ੍ਰੋਟੈਕਟਿਵ ਮੈਕੈਨਿਜ਼ਮ ਬੱਚੇ ਐਬਸੈਂਟ ਹੈ। ਦੇਖੋ ਸੋ उस बीमारी ਨੂੰ ਆਪਾਂ ਕਹਿੰਦੇ ਆ ਐਲਬਿਨਿਜ਼ਮ, ठीक है ना। सो एल्बिनिज्म इज कॉज्ड ड्यू टू द डेफिशिएंसी ऑफ टायरोसिनेज। एक और डिजीज जो एंजाइम है जिसका नाम है फिनाइल एलानिन हाइड्रोक्सिलेज, इसकी डेफिशिएंसी नाल एक एंजाइम ਹੁੰਦਾ है, सॉरी एक बीमारी ਹੁੰਦੀ है फिनाइल कीटोनूरिया। सो बच्चे फिनाइल कीटोनूरिया एक कंजेनिटल डिजीज है, एक ब्रेन ਦਾ डिजीज है, कंजेनिटल डिजीज है। कंजेनिटल डिजीज ਦਾ मतलब ਕੀ ਹੁੰਦਾ ਹੈ? बाय बर्थ। सो किसी बेबी दे विच अगर बाय बर्थ ही फिनाइल एलानिन हाइड्रोक्सिलेज एंजाइम की कमी होवे, डेफिशिएंसी होवे, तो उसनु डिजीज हो जाता है फिनाइल कीटोनूरिया। बच्चे ये जो तीनों एंजाइम्स उन्होंने करवाए हैं, फिनाइल एलानिन हाइड्रोक्सिलेज, टायरोसिनेज एंड स्ट्रेप्टोकाइनेज, तुसी अगर पुराने बोर्ड एग्जाम्स चक के देखोगे ये एवरी ईयर वांगू पूछे जाते हैं कि ਕਿਹੜੇ ਐਂਜ਼ਾਈਮਸ ਦੀ ਡੈਫੀਸ਼ੀਐਂਸੀ ਨਾਲ ਕਿਹੜੀ ਬਿਮਾਰੀ ਹੁੰਦੀ ਹੈ ਜਾਂ ਕਿਹੜੀ ਬਿਮਾਰੀ ਕਿਹੜੇ ਐਂਜ਼ਾਈਮ ਦੀ ਡੈਫੀਸ਼ੀਐਂਸੀ ਨਾਲ ਹੁੰਦੀ ਹੈ। ਸੋ ਇਹਨਾਂ ਨੂੰ ਚੰਗੀ ਤਰ੍ਹਾਂ ਲਰਨ ਕਰ ਲੈਣਾ ਹੈ। ਸੋ ਵਿਦ ਦਿਸ ਆਪਣੀਆਂ ਐਂਜ਼ਾਈਮਸ ਦੀਆਂ ਐਪਲੀਕੇਸ਼ਨਸ ਖਤਮ ਹੋ ਗਈਆਂ। ਸੋ ਪਿਛਲਾ ਚਾਰਟ ਤੇ ਇਹ ਵਾਲਾ ਇਸ ਨੂੰ ਚੰਗੀ ਤਰ੍ਹਾਂ ਲਰਨ ਕਰ ਲਿਓ। ਹੁਣ ਆਪਾਂ ਕਰਾਂਗੇ ਕੁਝ ਐਪਲੀਕੇਸ਼ਨਸ ਆਫ ਕੈਟਲਿਸਟਸ। ਸੋ ਬੱਚੇ ਇਫ ਵੀ ਟਾਕ ਅਬਾਊਟ ਐਪਲੀਕੇਸ਼ਨਸ ਆਫ ਕੈਟਲਿਸਟਸ ਇਨ ਇੰਡਸਟਰੀ ਤਾਂ ਆਪਾਂ ਤਿੰਨ ਮੇਨ ਐਪਲੀਕੇਸ਼ਨਸ ਡਿਸਕਸ ਕਰਨੀਆਂ ਇੱਥੇ। Haber's process, contact process and Ostwald's process. बच्चे Haber's process is used for the manufacturing of ammonia, manufacturing of nitric acid, manufacturing of sulfuric acid. So तीन main अपने chemical compounds, बल्कि sulfuric acid था बच्चे most of the reactions ਦੇ ਵਿੱਚ use ਹੁੰਦਾ है। It is an acid, it is an oxidizing agent, it is a dehydrating agent. And similarly ammonia and concentrated nitric acid, they are also very important compounds. So they are also manufactured by the use of catalysts. So हम देखो तीनों दी मैं reactions लिख रहे हैं। So Haber's process की ਹੁੰਦਾ बच्चे, nitrogen plus hydrogen gives you ammonia। अब पहला भी कर चुके। कैटलिस्ट केड़ा ਹੁੰਦਾ बच्चे? आयरन with molybdenum as promoter, ठीक है। सो द नोट्स ਦੇ ਵਿੱਚ ਚਾਰਟ ਬਣਿਆ ਹੋਇਆ ਹੈ ਔਨ पेज नंबर 13, ਤੁਸੀਂ ਉੱਥੋਂ ਕਰ ਸਕਦੇ ਹੋ। ਸੋ ਆਇਰਨ ਐਜ਼ ਅ ਕੈਟਲਿਸਟ ਐਂਡ molybdenum ਐਜ਼ ਅ ਪ੍ਰੋਮੋਟਰ, ਠੀਕ ਹੈ। ਸੋ ਇਸ ਦੇ ਵਿੱਚ ਆਪਾਂ ਆਇਰਨ ਨੂੰ ਐਜ਼ ਅ ਕੈਟਲਿਸਟ ਯੂਜ਼ ਕਰਦੇ ਹਾਂ। ਇਹ ਰਿਐਕਸ਼ਨ ਆਪਾਂ ਪਹਿਲਾਂ ਵੀ ਡਿਸਕਸ ਕਰ ਚੁੱਕੇ ਹਾਂ। ਨਾਓ Ostwald's process ਦੇ ਵਿੱਚ ਕੀ ਹੁੰਦਾ ਹੈ? ਦੇਖੋ ਬੱਚੇ Ostwald's process ਦੇ ਵਿੱਚ ਆਪਾਂ ਯੂਜ਼ ਕਰਦੇ ਹਾਂ ਬੇਸਿਕਲੀ ਇਟ ਇਜ਼ ਇੱਥੇ ਨਾਈਟ੍ਰਿਕ ਐਸਿਡ ਮੈਨੂਫੈਕਚਰ ਹੁੰਦਾ ਇਨ ਅ ਸੀਰੀਜ਼ ਆਫ ਸਟੈਪਸ। ਸੋ ਕਿਹੜੇ ਕਿਹੜੇ ਆ ਦੇਖੋ। ਪਹਿਲੇ ਸਟੈਪ ਦੇ ਵਿੱਚ ਐਮੋਨੀਆ ਪਲਸ ਆਕਸੀਜਨ ਗਿਵਸ ਯੂ ਨਾਈਟ੍ਰਿਕ ਆਕਸਾਈਡ ਪਲਸ ਵਾਟਰ। ਬੈਲੈਂਸਿੰਗ ਆਪਾਂ ਬਾਅਦ ਵਿੱਚ ਵੀ ਕਰ ਸਕਦੇ ਹਾਂ, ਮਤਲਬ ਇੱਥੇ ਆਪਣਾ ਮੇਨ ਮੁੱਦਾ ਇਜ਼ ਨਾਟ ਟੂ ਬੈਲੈਂਸ, ਆਪਣਾ ਮੇਨ ਮੁੱਦਾ ਇਜ਼ ਕਿ ਆਪਾਂ ਕਿਹੜਾ ਕੈਟਲਿਸਟ ਯੂਜ਼ ਕਰ ਰਹੇ ਹਾਂ। ਸੋ ਜਿਹੜੀ ਨਾਈਟ੍ਰਿਕ ਆਕਸਾਈਡ ਹੈ ਇਸ ਨੂੰ ਆਪਾਂ ਫਰਦਰ ਹੋਰ ਆਕਸੀਜਨ ਦੇ ਕੇ ਆਪਾਂ ਇਸ ਨੂੰ ਫਰਦਰ ਆਕਸੀਡਾਈਜ਼ ਕਰ ਲੈਂਦੇ ਆ ਇਨਟੂ NO2। NO2 ਦੇ ਵਿੱਚ ਬੱਚੇ ਵਾਟਰ ਐਡ ਕਰਕੇ ਵੀ ਕਨਵਰਟਡ ਇਨਟੂ ਨਾਈਟ੍ਰਿਕ ਐਸਿਡ। ਸੋ ਇਟ ਇਜ਼ ਅ 3 ਸਟੈਪ ਪ੍ਰੋਸੈਸ। ਸੋ ਇਸ ਦੇ ਵਿੱਚ ਜੋ ਪਹਿਲਾ ਸਟੈਪ ਆਪਾਂ ਨੇ ਲਿਖਿਆ that occurs in the presence of platinized asbestos. So again the role of the catalyst, ठीक है। Now last process is manufacturing of concentrated sulfuric acid by using contact process. So ਇਸ ਦੇ ਵਿੱਚ ਕੀ ਹੁੰਦਾ ਬੱਚੇ? ਦੇਖੋ ਪਹਿਲਾਂ ਆਪਾਂ ਸਲਫਰ ਜਾਂ ਫਿਰ ਕੋਈ ਸਲਫਰ ਕੰਟੇਨਿੰਗ ਕੰਪਾਊਂਡਸ ਜਿੱਦਾਂ ਕਿ
ferrous sulfide, zinc sulfide, ਇਹਨਾਂ ਨੂੰ ਸਾਰਿਆਂ ਨੂੰ ਟ੍ਰੀਟ ਕਰਦੇ ਆ ਵਿਦ ਆਕਸੀਜਨ ਤੇ ਇਹਦੇ ਵਿੱਚ ਜਿਹੜੀ ਸਲਫਰ ਹੈ that gets converted into sulfur dioxide। जो आयरन एंड जिंक है वो अपने ऑक्साइड्स बना के आउट हो जाएंगे। चलो मुद्दा इस कि अपन ने सल्फर डाइऑक्साइड बना ली, हुण इस सल्फर डाइऑक्साइड नु ਆਪਾਂ फर्दर होर ऑक्सीजन देके कन्वर्ट करांगे इनटू सल्फर ट्राइऑक्साइड। सल्फर ट्राइऑक्साइड नु we treat it with already prepared H2SO4 and it gets converted into H2S2O7 oleum, and इस oleum नु ਜਦੋਂ ਆਪਾਂ ਪਾਣੀ ਦਿੰਦੇ ਆ ਤਾਂ it gets converted into sulfuric acid। So I repeat, पहला सल्फर तो SO2 बना लिया, SO2 तो SO3, SO3 तो oleum H2S2O7 एंड देन वाटर ऐड करके H2S2O7 तो बन गए दो मॉलिक्यूल्स ऑफ सल्फ्यूरिक एसिड। हुण इस दे विच बचे जेड़ा सेकंड स्टेप है, स्टेप नंबर 2, सल्फर डाइऑक्साइड प्लस ऑक्सीजन गिव्स यू सल्फर ट्राइऑक्साइड दैट अकर्स। आपां ये भी कल कीता सी जदों आपां ने होमोजेनस ते हेटेरोजेनस कैटालिसिस कीती सी, दैट अकर्स इन द प्रेजेंस ऑफ V2O5 वैनेडियम पेंटऑक्साइड। कल जो आपने क्या सीगा होमोजेनस दी एग्जांपल च कि ਇੱਥੇ ਆਪਾਂ ਕੀ यूज ਕਰਦੇ ਸੀ NO नाइट्रिक ऑक्साइड, हेटेरोजेनस V2O5 बचे, बट कांटेक्ट प्रोसेस ਦੇ ਵਿੱਚ ਆਪਾਂ NO ਨਹੀਂ ਲਿਖ ਸਕਦੇ ਕਿਉਂਕਿ कांटेक्ट प्रोसेस ਦੇ ਵਿੱਚ ਆਪਾਂ V2O5 ਹੀ यूज ਕਰਦੇ ਹਾਂ। ਸੋ कांटेक्ट प्रोसेस ਦੇ ਵਿੱਚ ਆਪਾਂ हेटेरोजेनस कैटालिसिस ਕਰਦੇ ਹਾਂ, ठीक है ना। सो ਇਹ ਤਿੰਨ ਮੇਨ ਮੈਨੂਫੈਕਚਰਿੰਗ ਰਿਐਕਸ਼ਨਸ ਹੈ ਜਿਹਦੇ ਵਿੱਚ ਆਪਾਂ ਕੈਟਲਿਸਟ ਦਾ ਇਸਤੇਮਾਲ ਕਰਦੇ ਹਾਂ। ਸੋ Haber's process for the manufacturing of ammonia, catalyst uses iron. Ostwald's process for the manufacturing of nitric acid, the catalyst uses platinized asbestos, and contact process for the manufacturing of concentrated sulfuric acid, the catalyst used is V2O5. So these are some applications of catalysts in chemical industries. Now the next एक छोटा सा topic जो अपन ने डिस्कस करना है बच्चे, दैट इज शेप सिलेक्टिव कैटलिस्ट्स। इसको अपन डिस्कस करेंगे विद एन एग्जांपल ऑफ जियोलाइट्स। सो जियोलाइट्स टर्म तुसी पहला भी आई थिंक सुनी है ना, जिसमें अपन एक और वर्ड दिंदे सी परम्यूटेट। कितने सुनी है बच्चे? अपन ने क्या सी केमिकली दे आर सोडियम एल्यूमिनियम सिलिकेट्स। सो अपन जियोलाइट्स पहला कितने पढ़े हुए हैं? सो इन +1 चैप्टर नंबर केड़ा 9 हाइड्रोजन, जिस दे विच अपन ने पढ़िया सी रिमूवल ऑफ हार्डनेस ऑफ वाटर। अपन ने क्या सी हार्डनेस ऑफ वाटर इज ऑफ 2 टाइप्स, टेम्पररी एंड परमानेंट। Temporary hardness is due to bicarbonates of calcium and magnesium। ਤੇ ਉਸ ਨੂੰ ਆਪਾਂ ਟੈਂਪਰੇਰੀ ਕਿਉਂ ਕਹਿੰਦੇ ਆ? ਕਿਉਂਕਿ ਆਪਾਂ ਉਸ ਨੂੰ ਨਾਰਮਲ ਘਰੇਲੂ ਮੈਥਡਸ ਨਾਲ ਹੀ ਰਿਮੂਵ ਕਰ ਦਿੰਦੇ ਆ। ਕਿਹੜੇ-ਕਿਹੜੇ? ਜਾਂ ਤਾਂ ਬੋਇਲਿੰਗ ਜਾਂ ਫਿਰ ਟ੍ਰੀਟਿੰਗ ਵਿਦ ਕੈਲਸ਼ੀਅਮ ਹਾਈਡਰੋਕਸਾਈਡ। ਐਂਡ ਦੈਨ ਵੀ ਡਿਡ permanent hardness which is due to chlorides and sulfates of calcium and magnesium। ਉਸ ਨੂੰ ਆਪਾਂ ਨੂੰ ਰਿਮੂਵ ਕਰਨਾ ਪੈਂਦਾ ਵਿਦ ਸਪੈਸ਼ਲ ਮੈਥਡਸ। 4 ਮੈਥਡਸ ਆਪਾਂ ਨੇ ਕੀਤੇ ਸੀ। ਨੰਬਰ 1 ਵਾਸ਼ਿੰਗ ਸੋਡਾ ਮੈਥਡ, ਨੰਬਰ 2 कैलगॉन्स। कैलगॉन्स की सीखे अपने सोडियम मेटाफॉस्फेट्स। नंबर 3 वाज परमिटेट्स या जियोलाइट्स यानी कि सोडियम एल्यूमिनियम सिलिकेट्स, एंड द लास्ट वाज आयन एक्सचेंज रेसिन्स। चलो खैर अपन टॉपिक पे वापस आइए। अपन ने आज करने हैं बच्चे जियोलाइट्स अंडर द टॉपिक शेप सिलेक्टिव कैटालिसिस। हुन नाम खुद ही बोल रहे हैं बच्चे, जो कैटलिस्ट दी शेप ते डिपेंड करेगा। जो जियोलाइट्स होंदे ना बच्चे, दे हैव अ हनीकॉम्ब लाइक स्ट्रक्चर। जिवें अपने कोल बी हाइव्स होंदे ने, वैस्प हाइव होंदे ने, ਭਿੰਡਾਂ ਦਾ ਛੱਤਾ, ਮਧੂਮੱਖੀਆਂ ਦਾ ਛੱਤਾ, ਹਨਾ। ਤੁਸੀਂ ਮਧੂਮੱਖੀਆਂ ਛੱਤਾ ਅਗਰ ਦੇਖਿਆ ਹੋਵੇ ਤਾਂ ਉਹਦੇ ਉੱਪਰ ਐਦਾਂ ਪੋਰਸ ਹੁੰਦੇ ਆ। सो दे हैव पोर्स, ठीक है। ਤੁਸੀਂ ਇਹ ਵੀ ਦੇਖਿਆ ਹੋਗਾ ਕਿ ਜਿਹੜੀਆਂ ਭਿੰਡਾਂ ਹੁੰਦੀਆਂ, ਮਧੂਮੱਖੀਆਂ ਹੁੰਦੀਆਂ, ਉਹ ਹੋਲਸ ਦੇ ਵਿੱਚ ਐਂਟਰ ਵੀ ਕਰ ਜਾਂਦੀਆਂ ਪੋਰਸ ਦੇ ਵਿੱਚ, ਠੀਕ ਹੈ ਨਾ। ਚਲੋ ਖੈਰ ਹੁਣ ਆਪਾਂ ਉਹਦੇ ਅੰਦਰ ਤਾਂ ਨਹੀਂ ਕਦੇ ਦੇਖਿਆ, ਬਟ ਉਹ ਮੈਂ ਤੁਹਾਨੂੰ ਦੱਸ ਰਿਹਾ ਕਿ ਅੰਦਰ ਜਿਹੜੇ ਉਹ ਪੋਰਸ ਹੁੰਦੇ ਨੇ, ਦੇ ਆਰ ਕਨੈਕਟਡ ਟੂ ਈਚ ਅਦਰ ਥਰੂ ਟਨਲਸ ਐਂਡ ਕੈਵਿਟੀਜ਼। ਐਦਾਂ
So they are connected to each other through tunnels and cavities ਬੱਚੇ। ਇਹ tunnels and cavities ਦਾ ਕੀ ਰੋਲ ਹੁੰਦਾ ਹੈ? ਇਹਨਾਂ ਦਾ ਰੋਲ ਹੁੰਦਾ ਹੈ ਟੂ ਇਨਕਰੀਜ਼ ਦ ਸਰਫੇਸ ਏਰੀਆ ਫॉर द ਰਿਐਕਸ਼ਨ, ਠੀਕ ਹੈ ਨਾ, ਤਾਂ ਕਿ ਆਪਣੇ ਰਿਐਕਟੈਂਟਸ ਨੂੰ ਰਿਐਕਟ ਕਰਨ ਲਈ ਬਹੁਤ ਜ਼ਿਆਦਾ ਸਰਫੇਸ ਏਰੀਆ ਮਿਲੇ ਤਾਂ ਕਿ ਆਪਣੀ ਸਪੀਡ ਆਫ ਦ ਰਿਐਕਸ਼ਨ ਇਨਕਰੀਜ਼ ਹੋ ਸਕੇ। ਜਿੱਦਾਂ ਕਿ ਆਪਣੀ ਹਿਊਮਨ ਬੋਡੀ 'ਚ ਇਹੀ ਕੰਮ ਕੌਣ ਕਰਦਾ ਹੈ? ਹਾਂਜੀ, ਬਾਇਓ ਸਟੂਡੈਂਟਸ। ਆਪਣੀ ਬੋਡੀ ਦੇ ਵਿੱਚ ਫੂਡ ਡਾਈਜੈਸ਼ਨ ਲਈ ਸਰਫੇਸ ਏਰੀਆ ਲਾਰਜ ਕੌਣ ਪ੍ਰੋਵਾਈਡ ਕਰਦਾ ਹੈ? ਸਮਾਲ ਇੰਟੈਸਟਾਈਨ। ਆਪਾਂ ਪੜ੍ਹਦੇ ਆ ਨਾ ਕਿ ਇੱਥੇ ਆਪਣੀ ਲਾਰਜ ਇੰਟੈਸਟਾਈਨ ਹੁੰਦੀ ਹੈ और जो लार्ज इंटेस्टाइन है, ठीक है ना, ਉਹਦੇ ਵਿੱਚ ਪਈ ਹੈ स्मॉल इंटेस्टाइन in the form of long tunnels, ठीक है ना, मतलब मैं रफ ਜਿਹਾ ਬਣਾਇਆ ਇਹ। नाउ इस स्मॉल इंटेस्टाइन ਦੀ ਲੈਂਥ ਕਿੰਨੀ ਹੁੰਦੀ ਹੈ ਬੱਚੇ? more than 20 feet in our body। मतलब ਤੁਸੀਂ ਮੰਨ ਸਕਦੇ ਹੋ ਕਿ ਆਪਣੇ ਨੀਚੇ ਵਾਲੇ ਹਿੱਸੇ 'ਚ ਬੋਡੀ ਦੇ ਸਟੋਮਕ ਦੇ ਨੀਚੇ ਕਿ ਇੱਕ 20-22 ਫੁੱਟ ਲੰਬੀ ਸਮਾਲ ਇੰਟੈਸਟਾਈਨ ਪਈ ਹੈ। ਤਾਂ ਇਸ ਦਾ ਮਤਲਬ ਕੀ ਹੈ ਕਿ ਜਿਹੜਾ ਆਪਣਾ ਫੂਡ ਹੈ ਐਂਟਰ ਕਰਕੇ ਇਹਦੇ ਵਿੱਚ ਜਦੋਂ ਪਾਸ ਔਨ ਹੋਏਗਾ ਤਾਂ ਇਟ ਹੈਜ਼ enormous surface area for the reaction to occur, ਐਂਡ ਜੋ ਇੰਨੇ ਕੰਪਲੈਕਸ ਪ੍ਰੋਟੀਨਸ, ਕਾਰਬੋਹਾਈਡਰੇਟਸ, ਫੈਟਸ ਆਪਾਂ ਕੰਜ਼ਿਊਮ ਕਰ ਰਹੇ ਹਾਂ ਉਹਨਾਂ ਨੂੰ ਡਾਈਜੈਸਟ ਕਰਨ ਲਈ ਆਪਾਂ ਨੂੰ ਬਹੁਤ ਸਾਰਾ ਸਰਫੇਸ ਏਰੀਆ ਮਿਲ ਜਾਏਗਾ ਐਂਡ ਦ ਸਪੀਡ ਆਫ ਦ ਰਿਐਕਸ਼ਨ ਵਿਲ ਬਿਕਮ ਮੈਨੀ ਫੋਲਡਸ, ਐਂਡ ਤਾਂ ਕਰਕੇ अपना फूड जो है वो इजिली डाइजेस्ट हो जाएगा। तो देखो वही चीज प्रोवाइड कर रही है इतने टनल्स एंड कैविटीज। सो जेडे रिएक्टेंट्स है बच्चे वो कुछ पोर्स जो एंटर करी जाएंगे, ठीक है, टनल्स एंड कैविटीज जो मूव करेंगे, रिएक्शन होएगी, रिएक्शन होके जेडे प्रोडक्ट्स बनणगे वो अनदर पोर्स दे विचों बाहर आंदे रहेंगे। हुण बच्चे आपां इसनूं शेप सिलेक्टिव कैटालिसिस क्यों कह रहे हैं, है ना? Why they are called shape selective catalysts? क्योंकि अगर रिएक्टेंट्स के प्रोडक्ट्स का साइज जो है, शेप जो है वो पोर्स के साइज या शेप नु मैच करेगी, फिर ही रिएक्टेंट्स ਉਹਦੇ ਵਿੱਚ एंटर कर पाएंगे एंड फिर ही प्रोडक्ट्स उस चों बाहर आ पाएंगे। देखो अगर रिएक्टेंट्स का साइज या शेप या प्रोडक्ट का साइज होल्स के साइज तो पोर्स के साइज तो ਵੱਡਾ होएगा तो पहली गल तो रिएक्टेंट एंटर ही नहीं कर पाएगा। अगर रिएक्टेंट का साइज मैच कर भी गया तो एंटर कर गया तो प्रोडक्ट का मैच ना किया तो प्रोडक्ट बाहर नहीं आ पाएगा। सो जो रिएक्टेंट ते प्रोडक्ट का साइज है इट शुड मैच द साइज एंड द शेप ऑफ द कैटलिस्ट, एंड दैट इज व्हाई वी कॉल देम शेप सिलेक्टिव कैटलिस्ट, एंड द क्लासिकल एग्जांपल बीइंग zeolites which are chemically called sodium aluminium silicates। So this is about shape selective catalysts। इस टॉपिक ਦਾ ਬੱਚੇ ਬਾਕੀ ਚੈਪਟਰ ਦੇ ਨਾਲ ਜਾਂ ਹੋਰ ਅੱਗੇ ਕੋਈ ਲੈਣਾ ਦੇਣਾ ਨਹੀਂ ਹੈ, ਬਟ ਦ ਓਨਲੀ ਥਿੰਗ ਇਜ਼ ਕਿ ਆਪਣੇ ਆਪ ਚ ਹੀ ਇੱਕ ਇੰਪੋਰਟੈਂਟ ਕੁਐਸਚਨ ਹੈ ਇਹ, ਠੀਕ ਹੈ ਨਾ। ਨੈਕਸਟ ਟੌਪਿਕ ਇਜ਼ ऑटो कैटलिसिस। सो बच्चे नेम खुद बोल रहे हैं, ऑटो कैटलिस्ट मतलब ऑटो मीन्स की ਹੁੰਦਾ ऑटोमैटिक, अपने आप। सो यानी कि ਆਪਾਂ ਨੂੰ ਕਈ ਰਿਐਕਸ਼ਨਸ ਹੁੰਦੀਆਂ ਜਿਹਦੇ ਵਿੱਚ ਆਪਾਂ ਨੂੰ ਕੈਟਲਿਸਟ ਪਾਉਣ ਦੀ ਜ਼ਰੂਰਤ ਹੀ ਨਹੀਂ ਹੈ। ਇਹ ਨਹੀਂ ਕਿ ਉਹ ਬਿਨਾ ਕੈਟਲਿਸਟ ਤੋਂ ਹੋ ਰਹੀਆਂ ਨੇ। ਦ ਓਨਲੀ ਥਿੰਗ ਇਜ਼ ਕਿ ਆਪਾਂ ਬਾਹਰੋਂ ਐਡ ਨਹੀਂ ਕਰ ਰਹੇ, ਕੋਈ ਨਾ ਕੋਈ ਰਿਐਕਟੈਂਟ ਜਾਂ ਪ੍ਰੋਡਕਟ, ਇਨਫੈਕਟ ਪ੍ਰੋਡਕਟਸ, ਕਿਉਂਕਿ ਜੇ ਰਿਐਕਟੈਂਟ ਪਾਵਾਂਗੇ ਤਾਂ ਆਪਾਂ ਹੀ ਪਾਵਾਂਗੇ, ਕੋਈ ਨਾ ਕੋਈ ਜਿਹੜੇ ਪ੍ਰੋਡਕਟਸ ਨੇ ਉਹਨਾਂ ਵਿੱਚੋਂ ਕੋਈ ਨਾ ਕੋਈ ਪ੍ਰੋਡਕਟ ਐਕਟਸ ਐਜ਼ ਅ ਕੈਟਲਿਸਟ। ਯੂ ਗੈਟਿੰਗ ਅ ਪੁਆਇੰਟ? ਸੋ ਪ੍ਰੋਡਕਟ ਹੀ ਜੋ ਹੈ ਉਹੀ ਕੈਟਲਿਸਟ ਦਾ ਕੰਮ ਕਰ ਰਿਹਾ ਹੈ। ਤੇ ਇਸ ਦੀ ਕਲਾਸਿਕਲ ਐਗਜ਼ਾਮਪਲ ਹੈ ऑक्सीडेशन ऑफ ऑक्सैलिक एसिड बाय यूजिंग KMnO4। ਇਹ ਰਿਐਕਸ਼ਨ ਵੀ ਬੱਚੇ ਆਪਾਂ ਨੂੰ D and F ਬਲੌਕ ਦੇ ਵਿੱਚ ਆਏਗੀ, ਠੀਕ ਹੈ ਨਾ। ਸੋ ਉਦੋਂ ਆਪਾਂ ਨੇ KMnO4 ਐਂਡ ਪੋਟਾਸ਼ੀਅਮ ਡਾਈਕ੍ਰੋਮੇਟ ਜਿਹੜੇ ਆਪਣੇ ਦੋ ਮੇਜਰ ਆਕਸੀਡਾਈਜ਼ਿੰਗ ਏਜੰਟਸ ਹੈ ਉਹ ਆਪਾਂ ਨੇ ਕਾਫੀ ਡਿਟੇਲ ਚ ਪੜ੍ਹਨੇ ਹੈ। ਬਟ ਇਹ ਰਿਐਕਸ਼ਨ ਦਾ ਸਾਨੂੰ ਇੱਥੇ ਤਾਈਓ ਕਵਰ ਕਰਵਾ ਰਹੇ ਹਾਂ ਕਿਉਂਕਿ ਉੱਥੇ ਆਟੋ ਕੈਟਲਿਸਟ ਦਾ ਕੋਈ ਜ਼ਿਕਰ ਨਹੀਂ ਹੋਏਗਾ, ਠੀਕ ਹੈ ਨਾ। ਸੋ ਆਟੋ ਕੈਟਲਿਸਿਸ ਜੋ ਹੈ ਕਿ ਜੋ ਹੁਣ ਦੇਖੋ ਇਹ ਰਿਐਕਸ਼ਨ ਜੋ ਹੈ ਤੁਸੀਂ ਅਗਰ ਇਹ ਰਿਐਕਸ਼ਨ ਲੈਬ ਵਿੱਚ ਵੀ ਪਰਫਾਰਮ ਕਰੋ, ਕਿਉਂਕਿ ਨਾਰਮਲੀ ਐਕਸਪੈਰੀਮੈਂਟਸ ਦੇ ਦੌਰਾਨ ਜਾਂ ਜਦੋਂ ਤੁਸੀਂ ਆਪਣਾ ਪ੍ਰੈਕਟੀਕਲ ਕਰੋਗੇ, ਫਾਈਨਲ ਪ੍ਰੈਕਟੀਕਲ, ਉਹਦੇ ਵਿੱਚ ਵੀ ਇੱਕ ਮਾਈਨਰ ਪ੍ਰੈਕਟੀਕਲਸ ਹੁੰਦਾ ਹੈ। ਤਾਂ ਬੱਚੇ ਦੇਖੋ KMnO4 ਇਜ਼ ਪਿੰਕ ਇਨ ਕਲਰ, ਠੀਕ ਹੈ। ਆਪਾਂ ਇਸ ਨੂੰ ਆਕਸੈਲਿਕ ਐਸਿਡ ਦੇ ਨਾਲ ਟਰੀਟ ਕਰਦੇ ਹਾਂ ਤਾਂ ਦੇਖੋ ਜੋ ਪਿੰਕ ਕਲਰ ਹੈ वो डिस्चार्ज हो जाएगा, ठीक है ना।
क्यों डिस्चार्ज होएगा कि जो सारा का सारा KMnO4 रिड्यूस हो जाएगा। देखो ना ਇੱਥੇ जो मैंगनीज है वो +7 तो रिड्यूस हो गया +2 ਤੇ एंड जो कार्बन है वो +3 तो ऑक्सीडाइज हो गया +4 ਤੇ। सो बेसिकली इट इज अ रिडॉक्स रिएक्शन। चलो खैर अपना ਇੱਥੇ मुद्दा ये नहीं है, अपना मुद्दा इज कि जो वो पिंक कलर डिस्चार्ज होना है, ठीक है, पिंक टू कलरलेस, तो ਤੁਸੀਂ ਸਟਾਰਟਿੰਗ ਚ ਦੇਖੋਗੇ ਕਿ ਕੋਈ ਰਿਐਕਸ਼ਨ ਹੋ ਹੀ ਨਹੀਂ ਰਹੀ। ਤੁਹਾਨੂੰ ਐ ਲੱਗੇਗਾ ਕਿ ਬਹੁਤ ਜ਼ਿਆਦਾ ਤੁਸੀਂ मतलब केमिकल ऐड कर चुके हो, ऑक्सैलिक एसिड ऐड कर चुके हो, बट रिएक्शन प्रोसीड ही नहीं कर रही। तो जो प्रोसीड होने ते आएगी, जो कलर लाइट होना शुरू होएगा उदों एकदम ही लाइट हो जाएगा ते एकदम कलरलैस। ਉਹਦਾ मतलब की है कि देखो स्टार्टिंग ਦੇ ਵਿੱਚ रिएक्शन स्लोली हो रही है, बट जिवें ही रिएक्शन होनी शुरू हुई ਇੱਥੇ ਜਿਹੜਾ MnSO4 है this acts as an auto catalyst। ਤਾਂ ਜਦੋਂ ਹੀ MnSO4 ਬਣਿਆ ਤਾਂ ਆਪਣਾ कैटलिस्ट मैन्युफैक्चर हो गया। तो कैटलिस्ट ने रिएक्शन ਨੂੰ स्पीड अप करता। ਜਦੋਂ रिएक्शन स्पीड अप हुई तो रिएक्शन होर तेज होने लग गई, होर MnSO4 बनन लग गया। जिन्ना ज्यादा MnSO4 बनन लग गया ਉਹਨੇ फर्दर ਜਿਹੜਾ KMnO4 ਤੇ ऑक्सैलिक एसिड बचिया होया है ਉਸ ਦੀ रिएक्शन ਨੂੰ ਹੋਰ स्पीड अप कर देना है। तो ਜਿਹੜੀ रिएक्शन ਦੀ स्पीड है ਉਹ देखते ही देखते ਜਿਵੇਂ ਜਿਵੇਂ रिएक्शन फॉरवर्ड जाएगी ਵੱਧਦੀ जाएगी, ठीक है ना। सो ऑटो कैटलिस्ट the definition की हुंदी है ऑटो कैटलिसिस दी। आप कहने कि when one of the products formed in the reaction act as a catalyst। so ਆਪਾਂ ਨੂੰ ਬਾਹਰੋਂ ਕੋਈ ਵੀ कैटलिस्ट ਪਾਉਣ ਦੀ ਜ਼ਰੂਰਤ ਨਹੀਂ ਹੈ। and is the classical example is oxidation of oxalic acid by using KMnO4 in which manganese 2+ ions या MnSO4 या ਆਪਾਂ ਕਹਾਂਗੇ ਕਿ manganese 2+ ions जो कि as products ਬਣਦੇ ਨੇ they act as an auto catalyst। डन। सो बच्चे अपने जो भी छोटे छोटे टॉपिक्स बचे हुए सी सरफेस केमिस्ट्री या एंजाइम्स दे, कैटलिस्ट दे, एप्लीकेशंस, सो सारे अपने कंप्लीट करते। नाउ वी आर जस्ट लेफ्ट विद एप्लीकेशंस ऑफ सरफेस केमिस्ट्री इन द फर्स्ट पार्ट ऑफ दिस चैप्टर, वो ਆਪਾਂ ਹੁਣ डिस्कस करते हैं। सो बच्चे नाउ वी शैल स्टार्ट ऑफ विद एप्लीकेशंस ऑफ सरफेस केमिस्ट्री। ਇਹਨਾਂ ਵਿੱਚੋਂ ਮੋਸਟ ਆਫ ਦ ਐਪਲੀਕੇਸ਼ਨਸ ਆਪਾਂ ਆਲਰੇਡੀ ਜਿਵੇਂ ਜਿਵੇਂ ਚੈਪਟਰ ਆਪਾਂ ਕਰ ਰਹੇ ਹਾਂ ਆਪਾਂ ਉਵੇਂ ਉਵੇਂ ਡਿਸਕਸ ਕਰੀ ਗਏ ਹਾਂ, ਠੀਕ ਹੈ ਨਾ। ਜਸਟ ਆਪਾਂ ਨੇ ਰਿਵਾਈਜ਼ ਹੀ ਕਰਨੀ ਹੈ ਐਂਡ ਜੋ ਆਪਾਂ ਨੇ ਹੁਣ ਤੱਕ ਨਹੀਂ ਡਿਸਕਸ ਕੀਤੀਆਂ ਤਾਂ ਉਹ ਮੋਸਟਲੀ ਕੀ ਹੈ ਕਿ ਉਹ ਨੈਕਸਟ ਸਬਸੀਕੁਐਂਟ ਚੈਪਟਰਸ ਦੇ ਵਿੱਚ ਆ ਜਾਣਗੀਆਂ, ਠੀਕ ਹੈ ਨਾ। ਸੋ ਵੀ ਸ਼ੈਲ ਸਟਾਰਟ ਆਫ ਵਿਦ ਦ ਫਰਸਟ ਵਨ, ਗੈਸ ਮਾਸਕਸ। ਸੋ ਆਪਾਂ ਡਿਸਕਸ ਕਰ ਚੁੱਕੇ ਹਾਂ ਕਿ ਜਿਹੜੀ ਹਾਰਮਫੁਲ ਗੈसेस ਹੁੰਦੀਆਂ 에ਅਰ ਦੇ ਵਿੱਚ ਜਾਂ ਪੋਲਿਊਟੈਂਟਸ ਹੁੰਦੇ ਨੇ ਉਹਨਾਂ ਨੂੰ ਅਵੋਇਡ ਕਰਨ ਲਈ ਆਪਾਂ ਨਾਰਮਲੀ ਗੈਸ ਮਾਸਕਸ ਯੂਜ਼ ਕਰਦੇ ਹਾਂ। ਤੁਸੀਂ ਦੇਖਿਆ ਹੋਵੇਗਾ ਮੂਵੀਜ਼ ਵਗੈਰਾ ਦੇ ਵਿੱਚ ਜਿਵੇਂ ਕਿ ਅੰਡਰਗਰਾਉਂਡ ਜੋ ਕੋਲ ਮਾਈਨਰਸ ਹੁੰਦੇ ਨੇ ਹਨਾ, ਜੋ ਕੋਲ ਮਾਈਨਿੰਗ ਪ੍ਰੋਸੈਸ ਹੁੰਦੀ ਹੈ ਜਦੋਂ ਉਹ ਨੀਚੇ ਜਾ ਕੇ ਜ਼ਮੀਨ ਦੇ ਧਰਤੀ ਦੇ ਨੀਚੇ ਜਾ ਕੇ ਮਾਈਨਿੰਗ ਪ੍ਰੋਸੈਸ 'ਚ ਕੰਮ ਕਰਦੇ ਨੇ ਤਾਂ ਉੱਥੇ ਮੈਨੀ ਹਾਰਮਫੁਲ ਕੈਮੀਕਲਸ ਐਜ਼ ਵੈਲ ਐਜ਼ ਗੈसेस ਹੁੰਦੀਆਂ। तो उन्होंने माइनर्स ने तुसी देखा होगा कि हेलमेट, सेफ्टी सूट्स, मास्क सब कुछ लता हुआ होंदा है ते कुछ भी अंदर हार्मफुल सबस्टांसेस नु अपनी बॉडी च एंटर नहीं करन दिंदे। एंड क्लासिकल एग्जांपल इज जिद्दां आपां अज दी सिचुएशन च डील कर रहे हैं। सो गवर्नमेंट वालों देखो स्ट्रिक्ट वार्निंग्स है कि अगर तुसी रिलैक्स्ड टाइम दे विच भी घरों बाहर निकलना है तो यू शुड वेयर द मास्क, ठीक है ना, ताकि अगर कोई हार्मफुल बैक्टीरिया, वायरस, केमिकल्स या गैसेस हवा दे विच होन तो दे शुड बी एब्जॉर्ब्ड, ठीक है ना। नेक्स्ट इज डाइंग ऑफ क्लॉथ। सो ये भी आप डिस्कस कर चुके, दो एप्लीकेशंस में सानू इकट्ठे ही डिस्कस करवा देना है, सेकंड एंड फोर्थ। रिमूवल ऑफ कलरिंग मैटर फ्रॉम सोल्यूशन, दोनों इको ही चीज है बच्चे, डिपेंड करता है कि आप की कर रहे हैं, है ना, मतलब अपना काम की है। सो देखो डाइंग ऑफ क्लॉथ ਦੇ ਵਿੱਚ ਕੀ ਹੈ, ਆਪਾਂ ਪਾਣੀ ਦੇ ਵਿੱਚ ਆਪਣਾ ਡਾਈ ਕਿਸੇ ਸੋਲਵੈਂਟ ਦੇ ਵਿੱਚ ਆਪਣਾ ਡਾਈ ਆਪਾਂ ਡਿਸੋਲਵ ਕਰ ਲੈਂਦੇ ਆ, ਉਸ ਦੇ ਵਿੱਚ ਆਪਾਂ ਕਲੌਥ ਡਿਪ ਕਰਦੇ ਆ, ਜੋ ਕਲੌਥ ਹੈ ਉਹ ਡਾਈ ਨੂੰ ਐਬਜ਼ੌਰਬ ਕਰ ਲੈਂਦਾ ਹੈ ਐਂਡ ਉਸ ਦਾ ਕਲਰ ਚੇਂਜ ਹੋ ਜਾਂਦਾ ਹੈ। ਅਗਰ ਇਸ ਦੀ ਇੱਕ ਨਾਰਮਲ ਐਗਜ਼ਾਮਪਲ, ਦੇਸੀ ਜੀ ਐਗਜ਼ਾਮਪਲ ਆਪਾਂ ਨੇ ਲੈਣੀ ਹੋਵੇ ਤਾਂ ਆਪਾਂ ਘਰੇ ਜਿਵੇਂ ਕੱਪੜਿਆਂ ਨੂੰ ਨੀਲ ਦਿੰਦੇ ਆ, ਆਪਾਂ ਨੀਲ ਨੂੰ ਪਾਣੀ 'ਚ ਡਿਸੋਲਵ ਕਰਦੇ ਆ, ਜੋ ਆਪਣੇ ਵਾਈਟ ਕੱਪੜੇ ਹੁੰਦੇ ਨੇ ਆਪਾਂ ਉਹਨਾਂ ਨੂੰ ਡਿਪ ਕਰਦੇ ਆ ਤੇ ਜਿਹੜਾ ਨੀਲ ਹੁੰਦਾ ਉਹ ਕੱਪੜੇ ਨੂੰ ਲੱਗ ਜਾਂਦਾ ਹੈ, ਠੀਕ ਹੈ। ਹੁਣ फोर्थ एप्लीकेशन भी ਇਹਦੇ ਵਿੱਚ ਹੀ ਕਵਰ ਹੋਗੀ ਤਾਂ ਤੁਸੀਂ ਦੋਨੋਂ ਚੀਜ਼ਾਂ ਕਹਿ ਸਕਦੇ ਹੋ। ਤੁਸੀਂ ਇਹ ਵੀ ਕਹਿ ਸਕਦੇ ਹੋ ਕਿ ਤੁਹਾਡੇ ਕੱਪੜੇ ਨੂੰ ਨੀਲ ਲੱਗ ਗਿਆ, ਤੁਸੀਂ ਇਹ ਵੀ ਕਹਿ ਸਕਦੇ ਹੋ ਕਿ ਤੁਹਾਡੇ ਪਾਣੀ ਵਿੱਚੋਂ ਨੀਲ ਰਿਮੂਵ ਹੋ ਗਿਆ, ਹਨਾ। ਸੋ ਡਿਪੈਂਡ ਕਰਦਾ ਕਿ ਆਪਾਂ ਕੀ ਕਰਨਾ ਚਾਹੁੰਦੇ ਹਾਂ। ਅਗਰ ਆਪਾਂ ਆਪਣੇ ਕਲੌਥ ਨੂੰ ਰੰਗ ਦੇਣਾ ਚਾਹੁੰਦੇ ਹਾਂ ਤਾਂ ਆਪਾਂ ਨੇ ਡਾਈ ਕਰਤਾ, ਅਗਰ ਆਪਾਂ ਆਪਣਾ
ਪਾਣੀ ਸਾਫ਼ ਕਰਨਾ ਚਾਹੁੰਦੇ ਆ ਤਾਂ ਆਪਾਂ ਉਸ ਦੇ ਵਿੱਚੋਂ ਪਾਣੀ ਸਾਫ਼ ਵੀ ਕਰਤਾ। ਇੱਕ ਹੋਰ ਐਗਜ਼ਾਮਪਲ ਦਿੰਦਾ ਮੈਂ ਤੁਹਾਨੂੰ ਇਸ ਦੀ ਰਿਮੂਵਲ ਆਫ ਕਲਰਿੰਗ ਮੈਟਰ ਦੀ। ਜਦੋਂ ਆਪਾਂ ਲੈਬਸ ਦੇ ਵਿੱਚ ਕੋਈ ਪ੍ਰਿਸਿਪੀਟੇਟਸ ਵਗੈਰਾ ਮੈਨੂਫੈਕਚਰ ਕਰਦੇ ਆ, ਮਤਲਬ ਪ੍ਰਿਪੇਅਰ ਕਰਦੇ ਆ, ਤਾਂ ਅਗਰ ਉਹਦੇ ਵਿੱਚ ਕਿਸੇ ਵੀ ਤਰੀਕੇ ਦਾ ਕੋਈ ਕਲਰੈਂਟ ਹੋਵੇ ਜਾਂ ਕਿਸੇ ਹੋਰ ਕੈਮੀਕਲ ਦਾ ਕੋਈ ਕਲਰ ਹੋਵੇ ਤਾਂ ਆਪਾਂ ਕੀ ਕਰਦੇ ਆ, ਆਪਾਂ ਉਸਨੂੰ ਇੱਕ ਫਿਲਟਰ ਪੇਪਰ ਤੇ ਰੱਖ ਕੇ ਦੂਸਰੇ ਫਿਲਟਰ ਪੇਪਰ ਨਾਲ ਦਬਾ ਦਿੰਦੇ ਆ। ਤਾਂ ਜਿਹੜੇ ਫਿਲਟਰ ਪੇਪਰਸ ਨੇ ਉਹ ਦੋਨੋਂ ਉਸਦੇ ਕਲਰ ਨੂੰ ਕੀ ਕਰ ਲੈਂਦੇ ਨੇ, ਆਪਦੇ ਉੱਪਰ ਐਬਜ਼ੌਰਬ, ਐਂਡ ਜੋ ਆਪਣਾ ਸਬਸਟੈਂਸ ਹੁੰਦਾ ਹੈ ਇਟ ਬਿਕਮਸ ਫ੍ਰੀ ਫਰੋਮ ਕਲਰ ਐਜ਼ ਵੈਲ ਐਜ਼ ਵਾਟਰ। ਠੀਕ ਹੈ ਨਾ। ਥਰਡ ਅਗੇਨ ਦੇਖੋ ਇਹਦੇ ਵਿੱਚ ਹੀ ਕਵਰ ਹੋ ਗਿਆ, ਡੀਹਿਊਮਿਡਿਫਿਕੇਸ਼ਨ। ਸੋ ਮੋਇਸਚਰ ਨੂੰ ਰਿਮੂਵ ਕਰਨਾ। ਆਪਾਂ ਨੇ ਉਸ ਦਿਨ ਵੀ ਕੀਤਾ ਸੀ ਕਿ ਸਿਲਿਕਾ ਜੈਲ, ਐਲੂਮੀਨਾ ਜੈਲ, ਦੇ ਆਰ ਵੈਰੀ ਗੁੱਡ ਐਬਜ਼ੌਰਬੈਂਟਸ which are used to remove humidity from the atmosphere। पंजवां पॉइंट जो अपन ने पिछला लेक्चर पूरा का पूरा उसी के ऊपर लगाया है, कैटलिस्ट्स, जी की हेट्रोजिनस कैटलिस्ट है ना, क्योंकि उन्होंने विच अपन सॉलिड्स यूज करते हैं। हेट्रोजिनस कैटलिसिस डिपेंड्स अपॉन एड्सॉर्प्शन। सो अपन ने पूरी की पूरी एड्सॉर्प्शन थ्योरी डिस्कस कर ली है। आयन एक्सचेंज लेसन्स ਆਪਾਂ ਹੁਣੇ ਇਹਨਾਂ ਦਾ ਨਾਮ ਲੱਤਾ ਸੀ, ਆਇਨ ਐਕਸਚੇਂਜ ਲੈਸਨਸ। ਆਪਾਂ +1 ਚ ਕੀਤਾ ਰਿਮੂਵਲ ਆਫ ਹਾਰਡਨੈਸ ਆਫ ਵਾਟਰ। ਆਪਾਂ ਨੇ ਕਿਹਾ ਸੀ ਜਿਹੜੇ ਆਇਨ ਐਕਸਚੇਂਜ ਲੈਸਨਸ ਹੁੰਦੇ ਨੇ ਉਹ ਕੀ ਹੁੰਦੇ ਨੇ ਬੱਚੇ, ਦੇ ਆਰ ਲੌਂਗ ਚੇਨ ਹਾਈਡਰੋਕਾਰਬਨਸ ਜਿਨ੍ਹਾਂ ਦੇ ਐਂਡਸ ਦੇ ਉੱਪਰ ਕੀ ਲੱਗੇ ਹੁੰਦੇ ਨੇ, ਐਸਿਡਿਕ ਜਾਂ ਬੇਸਿਕ ਗਰੁੱਪਸ। ਜਿਵੇਂ ਕਿ ਦੇਖੋ ਸਪੋਜ਼ ਇੱਕ ਐਸਿਡਿਕ ਰੈਸਨ ਹੈ, ਇਹ ਜਿਹੜੀਆਂ ਮੈਂ ਲਾਈਨਸ ਮਾਰੀਆਂ ਨੇ ਕੀ ਹੈ, ਕਾਰਬਨ ਚੇਨਸ। ਇਹਦੇ ਉੱਪਰ ਐਸਿਡਿਕ ਗਰੁੱਪਸ ਨੇ ਤੇ ਆਰਗੈਨਿਕ ਦੇ ਵਿੱਚ ਐਸਿਡਿਕ ਗਰੁੱਪਸ ਕਿਹੜੇ-ਕਿਹੜੇ ਹੁੰਦੇ ਨੇ, ਜਾਂ ਤਾਂ ਕਾਰਬੋਕਸਿਲਿਕ ਐਸਿਡ ਤੇ ਜਾਂ ਫਿਰ ਸਲਫੋਨਿਕ ਐਸਿਡ ਗਰੁੱਪਸ। ਇਹ ਮੈਂ ਜਸਟ ਤੁਹਾਨੂੰ ਸ਼ੋ ਕਰਨ ਲਈ ਇੱਕੋ ਦੇ ਵਿੱਚ ਦਿਖਾਤੇ, ਅਦਰਵਾਈਜ਼ ਉਹਨੂੰ ਅਲੱਗ-ਅਲੱਗ ਕੰਪਾਊਂਡਸ ਹੋਣਗੇ। ਸੋ ਹੁਣ ਕੀ ਹੋਏਗਾ, ਜਿੰਨੇ ਵੀ ਆਇਨਸ ਹੋਣਗੇ ਆਪਣੇ ਪਾਣੀ 'ਚ ਜੋ ਆਪਾਂ ਨੇ ਰਿਮੂਵ ਕਰਨੇ ਆ, ਹਨਾ, ਜਿੱਦਾਂ ਆਰਓ ਸਿਸਟਮਸ 'ਚ ਹੁੰਦਾ ਹੈ, ਤਾਂ ਅਗਰ ਪਾਣੀ ਦੇ ਵਿੱਚ ਸੋਡੀਅਮ ਆਇਨਸ ਹੈ, H+ ਬਾਹਰ ਹੋ ਜਾਏਗਾ, ਸੋਡੀਅਮ ਇਹਦੇ ਉੱਪਰ एब्जॉर्ब हो जाएगा। अगर पोटेशियम आयंस ने एब्जॉर्ब हो जाएंगे। सो हार्डनेस किदे करके हुंदी है बच्चे, कैल्शियम एंड मैग्नीशियम वो डाई पॉजिटिव हुंदे ने तां 2H बाहर जाएंगे एंड ਇਹਦੇ ਉੱਪਰ कैल्शियम आयंस या मैग्नीशियम आयंस एब्जॉर्ब हो जाएंगे। सो ਆਪਾਂ ਇਹ +1 ਚ ਕੀਤਾ ਹੋਇਆ ਹੈ, ਠੀਕ ਹੈ ना। सो आयन एक्सचेंज रेसिन्स भी एक एप्लीकेशन है एडसॉर्प्शन भी इन केमिस्ट्री, ठीक है ना। नाउ नेक्स्ट इज प्रोडक्शन ऑफ वैक्यूम। बिल्कुल अपन ने कल कीता सी कि जेडी एड्सॉर्प्शन हुंदी है खास तौर पे फिजिकल एड्सॉर्प्शन, इट इज नॉट स्पेसिफिक, है ना। सो एक डिवार्स फ्लास्क हुंदा है अपने कोले प्रोडक्शन ऑफ हाई वैक्यूम ਲਈ, ਤਾਂ ਉਹਦੇ ਵਿੱਚ ਉਹ ਸਾਰੀਆਂ ਗੈसेस ਨੂੰ ਐਬਜ਼ੌਰਬ ਕਰ ਲੈਣਗੇ ਐਬਜ਼ੌਰਬੈਂਟ ਆਪਣੇ, ਤਾਂ ਆਪਣੇ ਕੋਲ ਇੱਕ ਕੰਪਲੀਟ ਵੈਕਿਊਮ ਵੀ ਕ੍ਰੀਏਟ ਕੀਤੀ ਜਾ ਸਕਦੀ ਹੈ। ਐਬਜ਼ੌਰਪਸ਼ਨ ਇੰਡੀਕੇਟਰਸ, ਕੁਝ ਐਬਜ਼ੌਰਪਸ਼ਨ ਇੰਡੀਕੇਟਰਸ ਹੁੰਦੇ ਨੇ ਬੱਚੇ ਜਿਹੜੇ ਕਿ प्रिसिपिटेट्स ਦੇ ਉੱਤੇ ਐਬਜ਼ੌਰਬ ਹੋ ਜਾਂਦੇ ਨੇ। ਕਲਾਸਿਕਲ ਐਗਜ਼ਾਮਪਲ ਇਜ਼ ਸਿਲਵਰ ਹੈਲਾਈਡਸ। ਜਿਹੜੇ ਸਿਲਵਰ ਦੇ ਹੈਲਾਈਡਸ ਹੁੰਦੇ ਨੇ AgCl, AgBr, AgI, ਉਹ ਕੁਝ ਡਾਈਜ਼ ਨੂੰ ਆਪਦੇ ਉੱਪਰ ਐਬਜ਼ੌਰਬ ਕਰ ਲੈਂਦੇ ਨੇ, ਜਿਵੇਂ ਕਿ ਫਲੋਰੋਸਿਨ, ਈਓਸਿਨ, ਤੇ ਉਹਨਾਂ ਦੇ ਕਲਰਸ ਆ ਜਾਂਦੇ ਨੇ, ਤਾਂ ਆਪਾਂ ਨੂੰ ਪਤਾ ਲੱਗ ਜਾਂਦਾ ਕਿ ਨੀਚੇ ਪ੍ਰਿਸਿਪਿਟੇਟ ਤਿਆਰ ਹੋ ਗਈ, ਠੀਕ ਹੈ ਨਾ। ਫਰੋਥ ਫਲੋਟੇਸ਼ਨ, 8th ਪੁਆਇੰਟ ਜੋ ਫਰੋਥ ਫਲੋਟੇਸ਼ਨ ਲਿਖਿਆ ਹੋਇਆ ਉਹ ਆਪਾਂ ਇੱਥੇ ਡਿਸਕਸ ਨਹੀਂ ਕਰਾਂਗੇ, ਉਹ ਤੁਸੀਂ ਆਪਣੇ ਨੋਟਸ 'ਚ ਵੀ ਨਾ ਨਾਲ L ਪਾ ਲਿਓ। L ਸਟੈਂਡਸ ਫॉर ਲੇਟਰ। ਇਹਦਾ ਮਤਲਬ ਕੀ ਹੈ ਤੇ ਮੈਂ ਤੁਹਾਨੂੰ ਦੱਸ ਵੀ ਦਿੰਦਾ, ਜੋ ਆਪਣਾ ਬੁੱਕ 'ਚ ਚੈਪਟਰ ਨੰਬਰ 5 ਹੈ, ਠੀਕ ਹੈ ਨਾ, ਉਸ ਦੇ ਵਿੱਚ ਫਰੋਥ ਫਲੋਟੇਸ਼ਨ ਆਪਾਂ ਨੇ ਪੂਰੀ ਡਿਟੇਲ 'ਚ ਡਿਸਕਸ ਕਰਨੀ ਹੈ, ਤਾਂ ਆਪਾਂ ਇੱਥੇ ਨਹੀਂ ਡਿਸਕਸ ਕਰਾਂਗੇ। ਇੱਥੇ ਅਗਰ ਡਿਸਕਸ ਕਰਾਂਗੇ ਤਾਂ ਅਗੇਨ ਉਹੀ ਪ੍ਰੋਬਲਮ ਆਏਗੀ ਕਿ ਆਪਾਂ ਨੂੰ ਕ੍ਰੈਮਿੰਗ ਕਰਨੀ ਪਏਗੀ। ਜਿੱਦਾਂ ਕਿ ਦੇਖੋ ਮੈਂ ਇਹ ਟੌਪਿਕ ਤੁਹਾਨੂੰ ਕੈਟਲਿਸਟ ਦਾ ਟੌਪਿਕ ਇਸੇ ਕਰਕੇ ਪਹਿਲਾਂ ਕਰਵਾਇਆ, ਕਿਉਂਕਿ ਜੇ ਆਪਾਂ ਇੱਥੇ ਡਿਸਕਸ ਕਰਦੇ ਤਾਂ ਸਾਰਾ ਦਾ ਸਾਰਾ ਨਾਲ ਤਾਂ ਆਪਾਂ ਨੂੰ ਡਿਸਕਸ ਕਰਨਾ ਪੈਂਦਾ ਤੇ ਨਾਲੇ ਸਮਝ ਵੀ ਨਹੀਂ ਆਣਾ ਸੀ। ਹੁਣ ਆਪਾਂ ਨੇ ਕੈਟਲਿਸਟ ਆਲਰੇਡੀ ਕਰ ਲਿਆ, ਐਂਜ਼ਾਈਮਸ ਆਲਰੇਡੀ ਕਰ ਲਏ, ਤਾਂ ਇੱਥੇ ਆਪਣਾ ਟਾਈਮ ਵੀ ਬਚ ਗਿਆ ਐਂਡ ਆਪਾਂ ਨੂੰ ਉਹ ਸਾਰਾ ਕੁਝ ਹੁਣ ਆਂਦਾ ਵੀ ਹੈ। ਤਾਂ ਇਦਾਂ ਹੀ ਜਿਹੜੀ ਫਰੋਥ ਫਲੋਟੇਸ਼ਨ ਹੈ ਇਟ ਬਿਲੋਂਗਸ ਟੂ ਚੈਪਟਰ ਨੰਬਰ 5 ਇਨ ਯੋਰ ਬੁੱਕ। ਇਸ ਤੋਂ ਬਾਅਦ ਆਪਾਂ ਨੇ ਕਰਨਾ ਹੈ ਚੈਪਟਰ ਨੰਬਰ 3। ਪਹਿਲਾਂ ਆਪਾਂ ਨੇ ਕੀਤਾ ਸੀ ਚੈਪਟਰ ਨੰਬਰ 1, ਹੁਣ ਆਪਾਂ ਕਰ ਰਹੇ ਹਾਂ 4, ਫਿਰ ਆਪਾਂ ਕਰਾਂਗੇ 3 ਐਂਡ ਫਿਰ ਆਪਾਂ ਕਰਾਂਗੇ 5th। ਉਸ ਤੋਂ ਬਾਅਦ ਆਪਾਂ ਵਾਪਸ ਆਵਾਂਗੇ 2nd ਤੇ, ਠੀਕ ਹੈ ਨਾ। ਸੋ ਜਦੋਂ ਆਪਾਂ ਨੇ 5th ਚੈਪਟਰ ਕਰ ਲਿਆ ਤਾਂ ਆਪਾਂ ਨੂੰ ਫਰੋਥ ਫਲੋਟੇਸ਼ਨ ਚੰਗੀ ਤਰ੍ਹਾਂ ਆ ਜਾਏਗੀ। ਸੋ ਜਿੱਥੇ ਤੁਹਾਡੇ ਨੋਟਸ 'ਚ ਫਰੋਥ ਫਲੋਟੇਸ਼ਨ ਮੈਂਸ਼ਨਡ ਹੈ, ਜਾਂ ਤਾਂ ਉਹਦੇ ਨਾਲ ਪਾ ਲਓ ਲੇਟਰ L ਤੇ ਜਾਂ ਫਿਰ ਪਾ ਲਓ ਚੈਪਟਰ ਨੰਬਰ 5। ਤਾਂ ਜਦੋਂ ਆਪਾਂ ਰਿਵਾਈਜ਼ ਕਰਾਂਗੇ ਉਦੋਂ ਤੱਕ ਆਪਣਾ ਚੈਪਟਰ ਨੰਬਰ 5 ਹੋਇਆ ਹੋਏਗਾ, ਤਾਂ ਆਪਾਂ ਨੂੰ ਫਰੋਥ ਫਲੋਟੇਸ਼ਨ ਚੰਗੀ ਤਰ੍ਹਾਂ ਆਂਦੀ ਹੋਏਗੀ, ਠੀਕ ਹੈ ਨਾ। ਸੋ ਦਿਸ ਇਜ਼ ਅਬਾਊਟ
एप्लीकेशंस ऑफ सरफेस केमिस्ट्री या कह लो एप्लीकेशंस ऑफ एड्सॉर्प्शन इन केमिस्ट्री एंड विद दिस ਆਪਾਂ ਹਾਫ ਆਫ ਦ ਚੈਪਟਰ ਅੱਜ ਕੰਪਲੀਟ ਕਰ ਲਿਆ ਬੱਚੇ। ਨਾਓ ਵਾਟ ਯੂ ਨੀਡ ਟੂ ਡੂ ਇਜ਼ ਇਸ ਨੂੰ ਚੰਗੀ ਤਰ੍ਹਾਂ ਰਿਵਾਈਜ਼ ਕਰ ਲਿਓ, ਚੰਗੀ ਤਰ੍ਹਾਂ ਪੜ੍ਹ ਲਿਓ ਇੱਥੋਂ ਤੱਕ। ਸੋ ਦਿਸ ਇਜ਼ ਔਨ ਪੇਜ ਨੰਬਰ, ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ, ਅਗੇਨ ਆਈ ਰਿਪੀਟ, ਪੇਜ ਨੰਬਰ 13 ਤੇ ਆਪਣਾ ਨੈਕਸਟ ਹਾਫ ਸਟਾਰਟ ਹੋ ਜਾਂਦਾ ਹੈ ਕੋਲੋਇਡਲ ਸਟੇਟ। ਸੋ ਬਾਕੀ ਦਾ ਚੈਪਟਰ ਇਜ਼ ਕੋਲੋਇਡਲ ਸਟੇਟ। ਤਾਂ ਕੋਲੋਇਡਲ ਸਟੇਟ ਤੋਂ ਪਹਿਲਾਂ ਆਪਾਂ ਨੇ ਸਾਰਾ ਕਵਰ ਕਰ ਲਿਆ। ਟੁਡੇ ਇਟ ਇਜ਼ ਟਿਊਜ਼ਡੇ ਹੈ ਨਾ। ਸੋ ਟੁਡੇ ਇਟ ਇਜ਼ ਟਿਊਜ਼ਡੇ ਤੇ ਵੈਨਸਡੇ ਤੁਹਾਨੂੰ ਮੈਂ ਪ੍ਰੈਪਰੇਸ਼ਨ ਲਈ ਦੇ ਦਾਂਗਾ, ਠੀਕ ਹੈ। ਐਂਡ ਥਰਸਡੇ ਵਿਲ ਬੀ योर ਟੈਸਟ, ਠੀਕ ਹੈ। ਸੋ ਪਰਸੋਂ ਥਰਸਡੇ ਨੂੰ ਤੁਹਾਡਾ ਟੈਸਟ ਹੋਏਗਾ ਫਰੋਮ ਦ ਫਰਸਟ ਹਾਫ ਆਫ ਦ ਚੈਪਟਰ ਆਫ ਸਰਫੇਸ ਕੈਮਿਸਟਰੀ, ਠੀਕ ਹੈ ਨਾ ਬੱਚੇ। ਸੋ कैटलिस्ट एंजाइम्स एंड एप्लीकेशंस ਦੇ ਨਾਲ ਰਿਲੇਟਡ ਅਸਾਈਨਮੈਂਟਸ ਤੁਹਾਨੂੰ ਮਿਲ ਚੁੱਕੀ ਹੈ। ਇਸ ਨੂੰ ਚੰਗੀ ਤਰ੍ਹਾਂ ਪ੍ਰਿਪੇਅਰ ਕਰਕੇ ਪਹਿਲਾਂ ਖੁਦ ਦੇ ਸ਼ਾਰਟ ਨੋਟਸ ਬਣਾ ਕੇ ਲੈਕਚਰ ਚੋਂ ਐਂਡ ਦੈਨ ਨੋਟਸ ਵਿੱਚੋਂ ਪੜ੍ਹ ਕੇ ਉਹ ਅਸਾਈਨਮੈਂਟ ਨੂੰ ਸੋਲਵ ਕਰ ਲਿਓ। ਪੁਰਾਣੀਆਂ ਅਸਾਈਨਮੈਂਟ ਸਾਰੀਆਂ ਰਿਵਾਈਜ਼ ਕਰ ਲਿਓ, ਸਾਰੇ ਨੋਟਸ ਰਿਵਾਈਜ਼ ਕਰ ਲਿਓ ਐਂਡ ਚੰਗੀ ਤਰ੍ਹਾਂ ਟੈਸਟ ਲਈ ਪ੍ਰਿਪੇਅਰ ਕਰ ਲਿਓ ਬੱਚੇ, ਠੀਕ ਹੈ ਨਾ। ਐਂਡ ਟੁਮਾਰੋ we shall start off with the देखो इस चैप्टर च कोई न्यूमेरिकल्स नहीं है, कुछ और नहीं है, so you don't need a preparatory holiday for it। तो मैं normally न्यूमेरिकल्स वाले चैप्टर च खुद ही दे देना हुन्ना सोनू। So tomorrow we shall start off with the second half of the chapter and Thursday यानी कि परसों there will be a test from this first half, fine। So till then keep studying, keep revising, stay at your homes, stay safe, thanks a lot।